जी मित्रों, मैं इस वेले पहुंचा मैं बहरीन और बहरीन का कारण उन्होंने पंजाबियों के नाल गलबात करनी है जिहड़े अपनी फील्ड दे विच कामयाब होए, साडा फखर बने और उन्होंने अज पंजाबी माण दे नाल याद करते हैं। ऐसी ही शख्सियत बहरीन दे विच मेरे मित्र प्यारे सुखविंदर सिंह बाजवा जी है। जम्मे जाए नवां शहर जलंधर दे विच, उस तो बाद जिंदगी किंज लैके चली वो इन्हों जाणांगे। अज बड़े सौखे बैठे हैं, उन्होंने होटल दे विच असीं इस वेले बैठे हाँ। ये सारी सौख उन्होंने सौखे तरीके नाल नहीं मिली, एक लंबी स्ट्रगल है और वो स्ट्रगल दसदी है कि इंसान हिम्मत ना हारे तो एक ना एक दिन अपनी मंजिल नूं पा लैंदा है। मंजिल की है ये सवाल भी एक अपनी जगह ते है कि वो इंसान जिहड़े कामयाब होंदे हैं क्या सिर्फ पैसा कामयाबी का म्यार है या उन्होंने इंसानी रवैये उन्होंने होर कामयाब बनाते हैं। सो ये दोनों चीज़ां जिस शख्सियत दे विच हैं वो हैं मेरे मित्र सुखविंदर सिंह बाजवा जी। सत श्री अकाल भाजी। सत श्री अकाल भाजी। अस्सलाम वालेकुम जी। जिवें मैं दस्सिया कि असीं इस टाइम बहरीन दे विच तुहाडे होटल दे विच बैठे हाँ जी, और ये भी मैं दस्सिया कि तुसीं नवां शहर दे जंमपल हो। बिल्कुल। किन्ने भैणां भाई तुसीं हो? ਅਸੀਂ ਤਿੰਨ ਆ ਜੀ, ਇੱਕ ਵੱਡੀ ਭੈਣ ਆ ਤੇ ਇੱਕ ਭਰਾ ਛੋਟਾ ਮੇਰੇ ਤੋਂ। ਤੇ ਬਾਪੂ ਸਾਡੇ ਦੀ ਡੈਥ ਹੋ ਗਈ ਜਦੋਂ ਅਸੀਂ ਛੋਟੇ ਜਿਹੇ ਸੀ ਤੇ ਮਾਤਾ ਸਾਡੇ ਕਿੰਨੀ ਏਜ ਸੀ ਜਦੋਂ? 13 ਸਾਲ ਦਾ ਸੀ ਮੈਂ ਜਦੋਂ। ਤੁਸੀਂ ਵੱਡੇ ਭਾਈ ਸੀ? ਨਹੀਂ, ਮੈਂ ਸਿਸਟਰ ਵੱਡੀ ਆ, ਉਸ ਤੋਂ ਬਾਅਦ ਮੈਂ ਦੂਸਰੇ ਨੰਬਰ ਤੇ ਆ। ਭਾਈਆਂ ਦੇ ਵਿੱਚੋਂ ਦੂਜਾ ਨੰਬਰ ਤੁਹਾਡਾ? ਛੋਟਾ ਬ੍ਰਦਰ ਹੈ ਮੇਰੇ ਤੋਂ। ਕਿੱਥੇ ਪੜ੍ਹਦੇ ਰਹੇ ਫਿਰ? ਮੈਂ ਜੀ ਪਹਿਲਾਂ ਪਿੰਡੇ ਪੜ੍ਹਿਆ, ਉਸ ਤੋਂ ਬਾਅਦ ਮੈਂ ਸਾਨੂੰ ਆਪਣੇ ਮਾਮਾ ਜੀ ਕੋਲ ਚਲੇ ਗਿਆ। ਉੱਥੇ 8ਵੀਂ ਕਰਕੇ ਵਾਪਸ ਪਿੰਡ ਵਾਪਸ ਆ ਗਿਆ ਤੇ ਪਿੰਡ ਤੋਂ 10ਵੀਂ ਤੱਕ ਕਰਨ। ਤੇ ਉਸ ਤੋਂ ਬਾਅਦ ਮਤਲਬ ਕੁਛ ਹਾਲਾਤ ਇਹੋ ਜਿਹਾ, ਫਾਦਰ ਦੀ ਡੈਥ ਹੋਣ ਤੋਂ ਬਾਅਦ ਹਾਲਾਤ ਇਹੋ ਜਿਹਾ ਹੋ ਗਿਆ ਕਿ ਫਿਰ ਮੈਂ ਉੱਥੇ ਕੰਮ ਸ਼ੁਰੂ ਕਰਤਾ ਜੇ ਬਿਲਡਿੰਗ ਕੰਟਰੈਕਟਰ ਆ, ਉਹਦੇ ਨਾਲ ਐਜ਼ ਏ ਡਰਾਫਟਸਮੈਨ ਦਾ ਕੰਮ ਸੀਗਾ। ਉੱਥੋਂ ਦੁਕਾਨ 'ਤੇ ਫੋਟੋਕਾਪੀ ਔਰ ਡਰਾਫਟਸਮੈਨ ਦਾ ਕੰਮ ਕਰਦੇ ਸੀ। ਠੀਕ। ਤੇ ਬਸ ਫਿਰ ਜ਼ਿੰਮੇਵਾਰੀ ਦਾ ਸਫ਼ਰ ਸ਼ੁਰੂ ਹੋ ਗਿਆ ਬਾਪੂ ਦੀ ਡੈਥ ਤੋਂ ਬਾਅਦ। ਤਾਂ ਫਿਰ ਚਲੋ ਚੱਲ ਰਹੀ ਘਰ ਖੇਤੀ ਦਾ ਥੋੜ੍ਹਾ ਬਹੁਤਾ ਸਬਜ਼ੀ ਸੁਬਜ਼ੀ ਵੇਚ ਲੈਣੀ ਆਪਣਾ ਬਣਾ ਕੇ, ਤੇ ਦੁੱਧ ਵੇਚ ਆਉਣਾ। ਫਿਰ ਉਸ ਤੋਂ ਬਾਅਦ ਸਕੂਲ ਚਲ ਜਾਣਾ, ਫਿਰ ਉਸ ਤੋਂ ਬਾਅਦ ਸ਼ੌਪ 'ਤੇ ਚਲ ਜਾਣਾ। ਫਿਰ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਫਿਰ ਉਹੀ ਰੂਟੀਨ, ਪੱਠੇ ਪੁੱਠੇ ਪਾ ਕੇ ਗੁਰਦੁਆਰਾ ਸਾਹਿਬ ਤੋਂ ਘਰ। ਤਾਂ ਇਹ ਸਿਲਸਿਲਾ ਚੱਲਦਾ ਰਿਹਾ ਮਤਲਬ ਜ਼ਿੰਦਗੀ 'ਚ। ਤਾਂ ਹੌਲੀ ਹੌਲੀ 89 ਦੇ ਵਿੱਚ ਮੈਂ ਬਹਿਰੀਨ 'ਚ ਆਇਆ ਪਹਿਲੀ ਵਾਰ। 89 आई तो 34 साल पहले। हाँ जी, अक्तूबर 89 ਦੇ ਵਿੱਚ ਮੈਂ ਬਹਿਰੀਨ 'ਚ ਆਇਆ। ਤਾਂ ਸਾਡੀ ਸਿਸਟਰ ਜੀ ਇੱਥੇ ਆਏ ਸੀ ਮੇਰੇ ਤੋਂ ਪਹਿਲਾਂ ਥੋੜ੍ਹਾ ਚਿਰ, ਤਾਂ ਉਹਨਾਂ ਨੇ ਬੁਲਾਇਆ। ਤਾਂ ਫਿਰ ਜ਼ਿੰਦਗੀ ਦਾ ਮਤਲਬ ਸਫ਼ਰ ਕਦੀ ਸ਼ੁਰੂ ਹੋ ਗਿਆ ਇੱਕ ਅਜੀਬ ਲੇਅਰ ਦੇ ਵਿੱਚ। ਜਦੋਂ ਪੰਜਾਬ 'ਚ ਸੀਗੇ ਉਸ ਤੋਂ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਕੁਛ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਹਾਲਾਤ, ਪੰਜਾਬ ਦੇ ਹਾਲਾਤ ਸਹੀ ਨਹੀਂ ਸੀ। ਤੇ ਬਿਜ਼ਨਸ ਤੌਰ 'ਤੇ ਵੀ ਤੇ ਇਕਨੋਮਿਕ ਤੌਰ 'ਤੇ ਵੀ ਤੇ ਹੈਲਥ ਤੌਰ 'ਤੇ ਵੀ, ਤੇ ਸਪੈਸ਼ਲੀ ਫॉर ਦਾ ਉਹ 84 ਤੋਂ ਬਾਅਦ ਜੋ ਸਰਕਲ ਚੱਲ ਰਿਹਾ ਸੀ ਤਾਂ ਉਹ ਕੁਛ ਕਰੀਏ ਕਿ ਲਾਈਫ ਵਾਸਤੇ ਬਿਹਤਰ ਨਹੀਂ ਸੀਗੇ। ਤਾਂ ਸਪੈਸ਼ਲੀ ਹੁਣ ਜਿਹੜੇ ਸਿੱਖ ਨੌਜਵਾਨ ਸੀ ਜਾਂ ਜਿਨ੍ਹਾਂ ਨੇ ਦਾੜੀ ਕੇਸ ਰੱਖੇ ਹੋ ਸੀ, ਤਾਂ ਉਹਨਾਂ ਵਾਸਤੇ ਉਹ ਹਾਲਾਤ ਉਸ ਟਾਈਮ ਦੇ ਨਹੀਂ ਚੰਗੇ ਸੀਗੇ। 89 ਦੇ ਵਿੱਚ ਤੁਹਾਡੀ ਕਿੰਨੀ ਏਜ ਸੀ? 91 70 90 ਡੇਟ ਆਫ ਬਰਥ ਤੁਹਾਡੀ ਕਿਹੜੇ ਸਾਲ? 71 18 ਸਾਲਾਂ ਦੇ ਸੀ ਤੁਸੀਂ ਜੀ। 18 ਸਾਲਾਂ ਦੇ ਸੀ ਤੇ ਬਹਿਰੀਨ ਆ ਗਏ। ਬਿਲਕੁਲ ਬਿਲकुल। ਬਹਿਰੀਨ ਦੇ ਵਿੱਚ ਆ ਕੇ ਦਿਲ ਲੱਗਿਆ ਜਾਂ ਕਿ ਇੱਕ ਨਵਾਂ ਮੁਲਕ, ਨਵੀਂ ਦੁਨੀਆ, ਪੰਜਾਬ ਤੋਂ ਨਿਕਲ ਕੇ ਇੱਕ ਬੱਚਾ ਜਿਹੜਾ ਉੱਥੇ ਜੰਮਿਆ ਜਾਇਆ, ਕਿਵੇਂ ਦਾ ਲੱਗਿਆ ਸੀ ਮੁਲਕ ਦਾ ਬਦਲਣਾ? एक्चुअली बदलना थोड़ा जिहा अजीब लगा, लेकिन अडाप्ट कर लिया। अडाप्ट करना मतलब सी कि पता सी कि हुण इत्थे रहना, काम करना। तो मैं एक्चुअली जदों आया तो इत्थे मैं एक प्रोजेक्ट ऐसे कंपनी सी शेख अब्दुल्ला दी, ਉਹਦੇ ਵਿੱਚ ਥੋੜੇ ਦਿਨ ਕੰਮ ਕੀਤਾ। ਤਾਂ ਉਹਨਾਂ ਦਾ ਸਬ ਕੰਟਰੈਕਟਰ ਸੀਗੇ ਸ਼ਿਪਯਾਰਡ ਅਸਰੀ 'ਚ। ਤੇ ਫਿਰ ਮੈਂ ਉਹਨਾਂ ਦੇ ਥਰੂ ਅਸਰੀ 'ਚ ਕੰਮ ਕੀਤਾ 1991 ਤੱਕ ਐਜ਼ ਏ ਡਰਾਈ ਡੌਕ ਆਪਰੇਟਰ। ਠੀਕ। ਤੇ ਉਹ ਥੋੜਾ ਰਿਸਕੀ ਕੰਮ ਹੁੰਦਾ, ਸ਼ਿਪ ਲੈ ਕੇ ਆਉਣੇ ਪਾਣੀ 'ਚ ਜਾ ਕੇ, ਤਾਂ ਸਨ ਬਲਾਸਟਿੰਗ ਇਹ ਉਹ ਕੰਮ ਮਤਲਬ ਚੱਲਦਾ ਰਿਹਾ ਉਹ ਕੰਮ। ਤਾਂ ਉਸ ਤੋਂ ਬਾਅਦ 1991 ਦੇ ਵਿੱਚ ਕੁਵੈਤ ਇਰਾਕ ਦੀ ਵਾਰ ਹੋ ਗਈ ਤੇ ਉਸ ਤੋਂ ਬਾਅਦ ਕੰਮ ਬਿਲਕੁਲ ਬੰਦ ਹੋ ਗਿਆ। ਤਾਂ ਉਹ ਕੰਮ ਬੰਦ ਹੋਣ ਕਰਕੇ ਬਿਲਕੁਲ ਹੀ 4-5 ਮਹੀਨੇ ਕੰਟਰੀ ਸ਼ਟ ਡਾਊਨ।
ਤਾਂ ਬਸ ਫਿਰ ਉਹ ਇੱਕ ਅਜੀਬ ਮੋੜ ਲੈ ਲਿਆ ਉਸ ਟਾਈਮ ਲਾਈਫ ਨੇ। ਕੰਮ ਤੋਂ ਕੰਮ ਕੰਪਨੀ ਕਲੋਜ਼ ਹੋ ਚੁੱਕੀ ਸੀ। ਇਕੱਲੇ ਅਸੀਂ ਨਹੀਂ, ਸਾਰੀ ਮਤਲਬ ਜਿੰਨੀ ਵੀ ਕੰਟਰੀ ਦਾ ਸਾਰਾ ਪੂਰਾ ਇਹੀ ਹਾਲ ਸੀਗਾ। ਉਸ ਤੋਂ ਬਾਅਦ ਅਸੀਂ ਫਿਰ ਮੈਂ ਇੱਕ ਦੋ ਛੋਟੀਆਂ ਛੋਟੀਆਂ ਕੰਪਨੀਆਂ ਨਾਲ ਕੰਟੈਕਟ ਕੀਤੇ, ਲੇਕਿਨ ਨਹੀਂ ਗੱਲ ਬਣੀ, ਮਤਲਬ ਛੋਟਾ ਕੰਮ ਵਾਸਤੇ ਰਹਿਣਾ। ਤਾਂ ਫਿਰ ਮੈਂ ਜ਼ੈਨੀ ਗਰੁੱਪ ਮਜਾਜ ਕੰਟਰੈਕਟਿੰਗ ਕੰਪਨੀ ਜੁਆਇਨ ਕੀਤੀ 1991 ਦੇ ਵਿੱਚ। ਠੀਕ। ਤੇ ਐਜ਼ ਏ ਵਰਕ ਆਪਰੇਟਰ। ਇਹ ਇੱਥੋਂ ਦੀ ਬੇਸਡ ਹੈ, ਬਹਿਰੀਨ ਬੇਸਡ ਕੰਪਨੀ ਹੈ। ਤੇ ਇਸ ਕੰਪਨੀ ਦਾ ਕੀ ਹੈ ਕਿ ਕੰਟਰੈਕਟਿੰਗ ਕੰਪਨੀ, ਲੇਕਿਨ ਆਪਣਾ ਹੀ ਕੰਮ ਕਰਦੇ ਸੀ ਅਸੀਂ। ਬਾਹਰਲਾ ਜੋ ਵੀ ਆਪਣੇ ਓਨਰ ਦਾ ਮਤਲਬ ਮਾਲਕ ਦਾ ਕੰਮ, ਕੰਸਟਰਕਸ਼ਨ ਜੋ ਵੀ ਬਿਲਡਿੰਗ ਆਪਣੀ ਬਿਲਡਿੰਗ ਦਾ, ਬਾਹਰਲਾ ਕੰਮ ਨਹੀਂ ਫੜਦੇ ਸੀ, ਮਤਲਬ ਠੇਕੇ ਕਿਸੇ ਬਿਲਡਿੰਗ ਦੇ ਨਹੀਂ ਲੈਂਦੇ ਸੀ, ਆਪਣਾ ਹੀ ਕੰਮ ਕਰਦੇ। ਤੇ ਫਿਰ ਇੱਕ ਹੋਰ ਲਾਈਫ ਨੇ ਇੱਕ ਹੋਰ ਮੋੜ ਲੈ ਲਿਆ। ਚਲੋ ਇਹ ਜਦੋਂ ਮੈਂ ਕੰਸਟਰਕਸ਼ਨ ਚ ਜਦੋਂ ਸ਼ਿਪ ਦੇ ਆੜ ਦੇ ਵਿੱਚ ਸੀ, ਉਹ ਮੇਰੀ ਟੋਟਲੀ ਲਾਈਫ ਸੈਪਰੇਟ ਸੀ, ਕਿਉਂਕਿ ਇੰਡੀਆ ਮੈਂ ਐਜ਼ ਏ ਡਰਾਫਟਸਮੈਨ, ਐਜ਼ ਏ ਬਿਲਡਿੰਗ ਡਰੇਸਿੰਗ ਵਗੈਰਾ ਦਾ ਕੰਮ ਕਰਦਾ ਰਿਹਾ। ਤਾਂ ਮੈਨੂੰ ਬਿਲਡਿੰਗ ਲੈਣ ਦੇ ਬਾਰੇ ਨੌਲੇਜ ਸੀਗੀ, ਨਕਸ਼ਿਆਂ ਦੇ ਬਾਰੇ ਨੌਲੇਜ ਸੀਗੀ ਬਿਲਡਿੰਗ ਦਾ। ਲੇਕਿਨ ਜਦੋਂ ਫਿਰ ਮੈਂ 2 ਸਾਲ ਜਿਹੜਾ ਗੈਪ ਪੈ ਗਿਆ ਸ਼ਿਪ ਦਾ, ਉਹ ਅਲੱਗ ਚੀਜ਼ ਹੋ ਗਈ। ਉਸ ਤੋਂ ਬਾਅਦ ਮੈਨੂੰ ਆਫਰ ਆਈ ਜਗਲਕਸ਼ਮੀ ਸ਼ਿਪ ਕੰਪਨੀ ਇੰਡੀਆ ਤੋਂ ਵੀ, ਤੇ ਲੇਕਿਨ ਮੈਂ ਜੁਆਇਨ ਨਹੀਂ ਕੀਤੀ, ਕਿਉਂਕਿ ਉਹਨਾਂ ਦੀ ਆਫਰ ਸੀ ਕਿ 9 ਮੰਥ ਵਾਟਰ ਦੇ ਵਿੱਚ ਰਹਿਣਾ, ਪਾਣੀ ਦੇ ਵਿੱਚ, 3 ਮਹੀਨੇ ਦੀ ਛੁੱਟੀ ਸਾਲ ਦੇ ਵਿੱਚ। ਉਸ ਟਾਈਮ ਕੋਈ ਕਨੈਕਟੀਵਿਟੀ ਵੀ ਨਹੀਂ ਸੀ, ਲੈਟਰ ਚਿੱਠੀਆਂ ਜਾਂਦੀਆਂ ਹੁੰਦੀਆਂ ਸੀ, ਨਾ ਕੋਈ ਟੈਲੀਫੋਨ ਨਾ ਕੋਈ ਕਾਲ। ਤਾਂ ਫਿਰ ਮੈਂ ਚੂਜ਼ ਨਹੀਂ ਕੀਤੀ, ਕਿਉਂਕਿ ਚੂਜ਼ ਨਹੀਂ ਕੀਤੀ, ਜਾਂ ਕਹਿ ਲਓ ਕਿ ਮਾਲਕ ਦਾ ਮਰਜ਼ੀ ਸੀ ਨਹੀਂ ਹੋਣਾ ਉਹ ਕੰਮ। ਤਾਂ ਫਿਰ ਉਸ ਤੋਂ ਬਾਅਦ ਮੈਂ ਜਦੋਂ ਇਹ ਮਜਾਜ ਕੰਟਰੈਕਟਿੰਗ ਜੁਆਇਨ ਕੀਤੀ ਐਜ਼ ਏ ਵਰਕ ਆਪਰੇਟਰ, ਲੰਮਾ ਸਮਾਂ ਖਿੱਚਿਆ ਇਸ ਕੰਪਨੀ ਦੇ ਵਿੱਚ। ਤਾਂ ਮੇਰੀ ਗਰੋਥ ਇੱਥੇ ਹੋਈ ਸਾਰੀ 91 ਤੋਂ ਲੈ ਕੇ ਹੁਣ ਤੱਕ। 91 ਤੋਂ ਲੈ ਕੇ ਹੁਣ ਤੱਕ ਤੁਸੀਂ ਇੱਕੋ ਓਨਰ ਹੈ, ਮਤਲਬ ਜਿਹੜੇ ਸਾਡੇ ਪੁੱਛਦੇ ਨੇ। ਤਾਂ ਪਹਿਲਾਂ ਮੈਂ ਪਾਰਟ ਆਫ ਕੰਸਟਰਕਸ਼ਨ ਡਿਵੀਜ਼ਨ ਸੀਗਾ। ਉਸ ਤੋਂ ਬਾਅਦ ਮੈਂ ਹੁਣ ਉਹ ਮਤਲਬ ਲੰਬਾ ਸਫ਼ਰ ਚੱਲਣ ਤੋਂ ਬਾਅਦ ਉੱਥੇ ਸਲੋ ਪ੍ਰੋਮੋਸ਼ਨ ਸ਼ੁਰੂ ਹੋ ਗਈ ਐਜ਼ ਏ ਸੁਪਰਵਾਈਜ਼ਰ ਲੈਵਲ ਤੇ। ਫਿਰ ਉਸ ਤੋਂ ਬਾਅਦ ਕਾਫੀ ਪ੍ਰੋਜੈਕਟ ਕੀਤੇ ਅਸੀਂ, ਵੇਅਰ ਹਾਊਸ, ਸ਼ੋਰੂਮ, ਬਿਲਡਿੰਗ ਕਾਫੀ ਕਰਨ ਤੋਂ ਬਾਅਦ ਮੈਂ ਜਦੋਂ 1995 ਦੇ ਵਿੱਚ ਮੈਂ ਇੰਡੀਆ ਚਲ ਗਿਆ ਵਾਪਸ। ਠੀਕ। ਤੇ ਮੈਰਿਜ ਵਾਸਤੇ ਤਾਂ ਮੰਮੀ ਸਾਡੀ ਸਿਆਣੇ ਦਾ ਹੁੰਦਾ ਵੀ ਚਲੋ ਮੁੰਡਾ ਆ ਜਾਵੇ, ਸਾਡਾ ਮੈਰਿਜ ਕਰ ਲਓ ਜੀ। ਮੈਰਿਜ ਹੋਣ ਤੋਂ ਬਾਅਦ ਮੈਂ 1 ਸਾਲ ਦੇ ਬਾਅਦ ਵਾਪਸ ਆਇਆ। ਵਾਪਸ ਆ ਕੇ ਤਾਂ ਮੈਂ ਐਕਚੁਅਲੀ ਆਇਆ ਮੈਂ ਹੋਰ ਕੰਪਨੀ ਦਾ, ਲੇਕਿਨ ਜਦੋਂ ਮੈਂ ਆਪਣੇ ਪ੍ਰੋਜੈਕਟ ਮੈਨੇਜਰ ਨੂੰ ਮਿਲਣ ਗਿਆ ਤਾਂ ਉਹ ਕਹਿੰਦਾ ਵੀ ਮੈਂ ਤੇਰੀ ਵੇਟ ਕਰ ਰਿਹਾ, ਕਿਉਂ ਮੇਰੇ ਕੋਲ ਕਿਉਂ ਨਹੀਂ ਆਇਆ। ਤਾਂ ਇੱਕ ਕਨੈਕਸ਼ਨ ਸੀਗਾ, ਇੱਕ ਕਨੈਕਟੀਵਿਟੀ ਸੀ ਬਣੀ ਉਹਨਾਂ ਨਾਲ। ਤਾਂ ਲੇਕਿਨ ਫਿਰ ਮੇਰੀ ਵੀ ਕੁਛ ਗਲਤੀ ਕਹਿ ਲਓ ਜਾਂ ਕੁਛ ਸਮਾਂ ਇਸ ਤਰ੍ਹਾਂ ਦਾ ਸੀ। ਲੇਕਿਨ ਉਸ ਦਿਨ ਮੈਂ ਜਦੋਂ ਉਹਨਾਂ ਕੋਲ ਮਿਲ ਗਿਆ ਤਾਂ ਉਹਨੇ ਕਿਹਾ ਨਹੀਂ, ਯੂ ਕੈਨ ਨਾਟ ਵਰਕ ਅਦਰ ਕੰਪਨੀ, ਸਾਡੇ ਨਾਲ ਹੀ ਕੰਮ ਕਰਨਾ। ਤਾਂ ਫਿਰ ਮੈਂ ਕੋਈ ਚਾਂਸ ਨਹੀਂ ਸੀ, ਵਾਪਸ ਸ਼ੁਰੂ ਕਰਤਾ। ਤਾਂ 99 ਦੇ ਵਿੱਚ 300 ਸਾਲੇ ਤੇ ਜਦੋਂ ਅਸੀਂ ਇੱਥੇ ਇੱਕ ਸ਼ੋਰੂਮ ਬਣਾ ਰਹੇ ਸੀ, ਉਸ ਤੋਂ ਬਾਅਦ 300 ਸਾਲੇ ਤੇ ਮੈਂ ਫਿਰ ਹਰੇਕ ਸਾਲ ਮੈਂ ਅਨੰਦਪੁਰ ਸਾਹਿਬ ਲੰਗਰ ਤੇ ਜਾਣੇ ਕਿ ਛੁੱਟੀ ਵਗੈਰਾ ਦਾ ਟਾਈਮ ਲੈ ਕੇ ਜਾਂਦਾ ਸੀ, ਮਹੀਨਾ 2 ਮਹੀਨੇ ਕੰਸਟਰਕਸ਼ਨ ਦੇ ਵਿੱਚ ਸੀ। ਤਾਂ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆ ਕੇ ਵੇਅਰ ਹਾਊਸ ਕਰ ਰਿਹਾ ਸੀ, ਤਾਂ ਇਹ ਪ੍ਰੋਜੈਕਟ ਅਸੀਂ ਜਿਸ ਹੋਟਲ ਤੇ ਬੈਠੇ ਹਾਂ ਆਪਾਂ 2002 ਦੇ ਵਿੱਚ ਜਾਂ 2001 ਦੇ ਵਿੱਚ ਇਹਦੀ ਸਟਾਰਟਿੰਗ ਹੋ ਗਈ। ਮਤਲਬ ਸਟਾਰਟਿੰਗ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਚੱਲ ਰਿਹਾ ਸੀ ਐਜ਼ ਏ ਕਮਰਸ਼ੀਅਲ ਬਿਲਡਿੰਗ ਐਂਡ ਸ਼ੋਰੂਮ ਵਗੈਰਾ ਸੀ, ਜਦ ਲੇਕਿਨ ਰੀਜਨਲ ਇਹਦਾ ਪਲਾਨ ਸੀ। ਲੇਕਿਨ ਉਸ ਤੋਂ ਜਦੋਂ ਕੰਸਟਰਕਸ਼ਨ ਉਸ ਤੋਂ ਬਾਅਦ ਸ਼ੁਰੂ ਹੋਇਆ ਤਾਂ ਇਹਦਾ ਬਹੁਤ ਸਾਡੇ ਨਾਲ ਕੰਟੈਕਟ ਕਰ ਲਿਆ ਅਕੋਰ ਗਰੁੱਪ ਨਾਲ। ਠੀਕ ਕਿ ਮਾਈਂਡ ਸੈਟ ਕਰ ਲਿਆ ਕਿ ਇਹ ਪ੍ਰੋਪਰਟੀ ਐਜ਼ ਏ ਵੀ ਓਪਨ ਹੋਟਲ। ਸਿਲੈਕਸ਼ਨ ਹੋ ਗਈ, ਬ੍ਰਾਂਡ ਸੈੱਟ ਹੋ ਗਿਆ। ਤਾਂ ਉਸ ਤੋਂ ਬਾਅਦ 2003 ਦੇ ਵਿੱਚ ਮੈਂ ਦੂਸਰੇ ਪ੍ਰੋਜੈਕਟ ਦੇ ਉਸ ਤੋਂ ਪ੍ਰੋਜੈਕਟ ਤੋਂ ਮੈਨੂੰ ਇੱਥੇ ਮੂਵ ਕੀਤਾ ਗਿਆ, ਕਿਉਂਕਿ ਇਹ ਪ੍ਰੋਜੈਕਟ ਲੇਟ ਹੋ ਰਿਹਾ ਸੀ 1 ਈਅਰ। ਜਦੋਂ ਕਨਵਰਟ ਕੀਤੀ ਬਿਲਡਿੰਗ ਤਾਂ ਕਾਫੀ ਕੰਮ ਪੈਂਡਿੰਗ ਸੀ ਇਹਦੇ ਵਿੱਚ। ਐਜ਼ ਏ ਮੇਨ ਕੰਟਰੈਕਟਰ GPZ ਸੀਗਾ, ਤੇ ਐਜ਼ ਏ ਓਨਰ ਸਾਈਡ ਅਸੀਂ ਜਿਹੜਾ ਮਤਲਬ ਅੰਦਰਲਾ ਫਰਨੀਚਰ, ਬਾਥਰੂਮ ਐਕਸੈਸਰੀਜ਼, ਸਾਰਾ ਇੰਟੀਰੀਅਰ ਦਾ ਕੰਮ ਜਿਹੜਾ ਅਸੀਂ ਆਪ ਕੀਤਾ। ਤੇ ਉਸ ਤੋਂ ਬਾਅਦ ਜਦੋਂ ਫਿਰ ਇਸ ਜਗ੍ਹਾ ਤੇ ਆ ਗਿਆ ਤਾਂ ਫਿਰ ਮਤਲਬ ਇੱਕ ਲਾਈਫ ਨੇ ਇੱਕ ਦੂਸਰੀ ਮੋੜ ਲੈ ਲਿਆ, ਅਗਲੇ ਸਟੈਪ ਤੇ ਆ ਗਿਆ। ਤਾਂ ਮਿਸ ਨਹਿਰਨ GM ਜਨਰਲ ਮੈਨੇਜਰ ਸਾਡੀ ਹੋਟਲ ਵੱਲੋਂ ਅਕੋਰ ਗਰੁੱਪ ਵੱਲੋਂ ਆ ਗਈ। ਉਹ ਸੇਮ ਟਾਈਮ ਅਸੀਂ ਦੋਨਾਂ ਨੇ ਜੁਆਇਨ ਕੀਤਾ ਇਹ ਪ੍ਰੋਜੈਕਟ 1 ਈਅਰ ਬਿਫੋਰ ਦਾ ਓਪਨਿੰਗ। ਤਾਂ ਇਕੱਠੇ ਕੰਮ ਕਰ ਰਹੇ ਸੀ। ਤਾਂ ਉਸ ਤੋਂ ਵੀ ਮੈਨੂੰ ਕਹਿ ਰਹੇ ਸੀ ਕਿ ਆਈ ਵਿਲ ਟੇਕ ਯੂ ਇਨ ਦਾ ਹੋਟਲ ਇੰਡਸਟਰੀ। ਤਾਂ ਮੇਰਾ ਐਕਚੁਅਲੀ ਹੋਟਲ ਲੈਣ ਦੇ ਨਾਲ ਕੋਈ
ਚੱਕਰ ਹੀ ਨਹੀਂ ਸੀਗਾ। ਮੈਂ ਕੰਸਟਰਕਸ਼ਨ ਸਾਈਡ ਤੇ ਉਹ ਚੱਲਦਾ ਰਿਹਾ ਸਿਲਸਿਲਾ ਜੀ। ਇਸ ਤਰ੍ਹਾਂ ਅਸੀਂ 2005 ਦੇ ਵਿੱਚ ਐਜ਼ ਪਰ ਦਾ ਪਲਾਨ ਵੀ ਓਪਨ ਦਾ ਹੋਟਲ। ਬਿਗ ਸਟਰਗਲ, long hour working, normally every day 12 to 16 hour work without off। ਮਤਲਬ ਕਾਫੀ ਹਾਰਡ ਵਰਕਿੰਗ ਕੀਤੀ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਵਾਸਤੇ। ਔਨ ਟਾਈਮ ਵੀ ਪ੍ਰੋਮਿਸ ਟੂ ਓਪਨ ਕਰਨ ਤੋਂ ਬਾਅਦ ਮਤਲਬ ਇਸ ਪ੍ਰੋਜੈਕਟ ਤੇ ਕਦੇ ਕਿ ਆਈ ਪੁੱਟ ਮਾਈ ਬਲੱਡ, ਦਿਲੋਂ ਪ੍ਰੋਜੈਕਟ ਇਹ ਅਸੀਂ ਬਣਾਇਆ। ਮੇਰੇ ਬੌਸ ਮਿਸਟਰ ਬ੍ਰਾਇਨ ਬਾਜ਼, ਪ੍ਰੋਜੈਕਟ ਮੈਨੇਜਰ, there is some other engineer and our secretaries, coordinators, staff, ਸਭ ਨੇ ਬਹੁਤ ਮਿਹਨਤ ਕੀਤੀ। ਸਭ ਦੀ ਮਿਹਨਤ ਸਦਕਾ ਅਸੀਂ ਇਹਨੂੰ ਔਨ ਟਾਈਮ ਓਪਨ ਕਰ ਸਕੇ। ਐਜ਼ ਅ ਇੰਡੀਵਿਜੂਅਲ ਅਗਰ ਤੁਹਾਨੂੰ ਦੇਖਣਾ ਹੋਵੇ, ਤੁਸੀਂ ਇੱਕ ਵੱਡੇ ਗਰੁੱਪ ਦਾ ਹਿੱਸਾ ਬਣੇ, ਉਸ ਤੋਂ ਨੈਕਸਟ ਫੇਜ਼ ਦੇ ਵਿੱਚ ਤੁਹਾਡਾ ਆਉਣਾ, ਇਸ ਤੇ ਕਿੰਨਾ ਟਾਈਮ ਲੱਗਦਾ ਹੈ? ਅੱਜ ਤੁਸੀਂ ਕਾਮਯਾਬ ਬਹਿਰੀਨ ਦੇ ਅੰਦਰ ਇੱਕ ਤੁਸੀਂ ਸੋਸ਼ਲ ਵਰਕਰ ਦੇ ਨਾਲ ਬਿਜ਼ਨਸ ਕਮਿਊਨਿਟੀ ਦੇ ਵਿੱਚ ਵੀ ਜਾਣੇ ਜਾਂਦੇ ਹੋ। ਉਸ ਤੋਂ ਨੈਕਸਟ ਸਟੈਪ ਦੇ ਵਿੱਚ ਕਿਹੜੇ ਪ੍ਰੋਜੈਕਟ ਤੁਸੀਂ ਕੀਤੇ? ਅਸੀਂ ਕਾਫੀ ਕੰਸਟਰਕਸ਼ਨ ਪ੍ਰੋਜੈਕਟ ਕਾਫੀ ਕੀਤੇ ਇਸ ਕੰਪਨੀ ਦੇ ਨਾਲ। ਮਤਲਬ ਰੇਂਜ ਰੋਵਰ ਸ਼ੋਰੂਮ ਬਣਾਇਆ, ਉਸ ਤੋਂ ਬਾਅਦ ਵੇਅਰ ਹਾਊਸ ਬਣਾਏ ਸਿਤਰਾ 'ਚ ਕਾਫੀ। ਅਲੀਸਰ ਕਰਕੇ 3 ਬਿਲਡਿੰਗਾਂ ਮਤਲਬ ਉਹ ਬਣਾਈਆਂ, ਅਪਾਰਟਮੈਂਟ ਬਿਲਡਿੰਗਾਂ। ਉਸ ਤੋਂ ਬਾਅਦ ਮਜਾਜ 3 ਪਹਿਲੀ ਬਿਲਡਿੰਗ ਸੀ ਸਾਡੀ। ਉਸ ਤੋਂ ਬਾਅਦ ਮਜਾਜ 5। ਕਾਫੀ ਪ੍ਰੋਜੈਕਟ ਅਸੀਂ ਠੀਕ ਹੈ। ਇਹ ਤੇ ਹੈ ਕਿ ਗਰੁੱਪ ਦੇ ਨਾਲ ਤੁਸੀਂ ਪਰਸਨਲੀ ਵੀ ਆਪਣੇ ਤੁਸੀਂ ਇੱਥੇ ਪ੍ਰਾਪਰਟੀਆਂ ਵਗੈਰਾ ਜਿਹੜੀਆਂ ਹਨ? ਪਰਸਨਲੀ ਨਹੀਂ, ਇੱਥੇ ਮੈਂ ਆਪਣਾ ਕੁਛ ਨਹੀਂ ਕੀਤਾ। ਪਰਸਨਲੀ ਮੈਂ ਜਦੋਂ ਕਰੋਨਾ ਤੋਂ ਪਹਿਲਾਂ ਅਸੀਂ ਇੰਡੀਆ ਮਤਲਬ ਇਹ ਤੁਹਾਨੂੰ ਦੱਸਦਾ ਵੀ ਜਦੋਂ ਇਹ ਪ੍ਰੋਜੈਕਟ ਸ਼ੁਰੂ ਕਰਤਾ ਤਾਂ ਮੇਰਾ ਹੋਟਲ ਲਾਈਨ 'ਚ ਐਕਸਪੀਰੀਅੰਸ ਹੋ ਗਿਆ। ਬੱਚੇ ਛੋਟੇ ਸੀਗੇ ਤਾਂ ਬੱਚੇ ਪੜ੍ਹ ਰਹੇ ਸੀ ਇੰਡੀਆ ਤੇ ਮੈਂ ਇੱਥੇ ਸੀ, ਤਾਂ ਮਤਲਬ ਇੱਕ ਕਹਿ ਲਈਏ ਕਿ ਸੈਗਰੀਫਾਈਡ ਡਿਸੀਜਨ ਲੈ ਲਿਆ ਕਿ ਚਲੋ ਕਿ ਮੈਂ ਕਮਾ ਕੇ ਪਿੱਛੇ ਭੇਜ ਰਿਹਾ ਤੇ ਤੁਸੀਂ ਪਿੱਛੇ ਘਰ ਦਾ ਦੇਖੋ। ਤੇ ਉਹ ਚੱਲਦਾ ਰਿਹਾ, ਸਿਲਸਿਲਾ ਇਸ ਤਰ੍ਹਾਂ ਚੱਲਦਾ ਰਿਹਾ। ਤਾਂ ਫਿਰ ਜਦੋਂ ਮੈਂ ਦੇਖਿਆ ਕਿ ਗਰੋਥ ਨਹੀਂ ਆ, ਮੇਰੀ ਸਟੱਡੀ ਕੰਪਲੀਟ ਨਹੀਂ ਹੋਈ, ਤਾਂ ਫਿਰ ਮੈਂ ਆਪਣੀ ਇੰਜੀਨੀਅਰਿੰਗ ਕੰਪਲੀਟ ਕਰਨ ਵਾਸਤੇ ਸ਼ੁਰੂ ਕਰ ਦਿੱਤੀ। ਦੁਬਾਰਾ ਤੋਂ ਸ਼ੁਰੂ ਕਰਤੀ ਕਲਾਸਿਸ, ਆਨਲਾਈਨ ਕਲਾਸਿਸ ਅਟੈਂਡ ਕਰਨਾ, ਟ੍ਰੇਨਿੰਗ ਕਰਨੀ, ਕਲਾਸਿਸ। ਉਹ ਮੈਨੂੰ ਕੁਛ 6 ਸਾਲ ਲੱਗੇ ਜੀ ਐਜ਼ ਏ ਇਲੈਕਟ੍ਰੀਕਲ ਬੈਚਲਰ ਡਿਗਰੀ ਲੈਣ ਵਾਸਤੇ। ਉਹ ਸਮਾਂ ਵੀ ਕਾਫੀ ਵਧੀਆ ਕਹਿ ਲਓ, ਇੰਜੋਏ ਵੀ ਕਹਿ ਲਓ, ਔਰ ਸਫਰ ਵੀ ਕਹਿ ਲਓ, ਔਰ ਹਾਰਡ ਵਰਕਿੰਗ ਕਹਿ ਲਓ। ਡਿਊਟੀ ਕਰਨ ਤੋਂ ਬਾਅਦ ਘਰ ਦਾ ਆਪਣਾ ਕੰਮ ਵੀ ਕਰਨਾ, ਰੋਟੀ ਪਾਣੀ ਦਾ ਵੀ ਕਰਨਾ, ਕੱਪੜੇ ਲੀੜੇ ਦਾ ਵੀ ਕਰਨਾ। ਉਸ ਤੋਂ ਬਾਅਦ 2 ਘੰਟੇ ਸਟੱਡੀ ਵਾਸਤੇ ਵੀ ਕੱਢਣੇ, ਫਿਰ ਪਾਰਟ ਟਾਈਮ ਜੋਬ ਵੀ ਕਰਨੀ। ਮਤਲਬ ਉਹ ਚੱਲਦਾ ਰਿਹਾ ਸਿਲਸਿਲਾ। ਕਿਉਂਕਿ ਜਦੋਂ ਸੋਚ ਲਿਆ ਕਿ ਜਦੋਂ ਗਰੋਥ ਕਰਨੀ ਤਾਂ ਵਿਦਆਊਟ ਸਟੱਡੀ ਗਰੋਥ ਨਹੀਂ ਹੈਗੀ ਲਾਈਫ ਦੇ ਵਿੱਚ। ਬੱਚਿਆਂ ਨੂੰ ਵੀ ਮੈਂ ਅੱਜ ਇਹੀ ਮੈਸੇਜ ਭੇਜਦਾ ਵੀ ਸਟੱਡੀ ਮਸਟ। ਉਸ ਤੋਂ ਬਾਅਦ ਐਕਸਪੀਰੀਅੰਸ ਆ। ਐਕਸਪੀਰੀਅੰਸ ਲਾਈਫ ਲਈ ਬਹੁਤ ਜ਼ਰੂਰੀ ਆ, ਲੇਕਿਨ ਸਟੱਡੀ ਵੀ ਉਨੀ ਜ਼ਰੂਰੀ ਆ ਬਹੁਤ। ਤਾਂ ਸਟੱਡੀ ਕਰ ਲਓ ਪਹਿਲਾਂ, ਉਸ ਤੋਂ ਬਾਅਦ ਐਕਸਪੀਰੀਅੰਸ ਵੱਲ ਜਾਓ। ਮੌਜੂਦਾ ਤੁਸੀਂ ਜਿਸ ਲੈਵਲ ਤੇ ਖੜੇ ਹੋ ਜੀ, ਇਸ ਨੂੰ ਅਸੀਂ ਇੱਕ ਇਕਨੋਮਿਕ ਕੰਡੀਸ਼ਨ ਵਾਈਜ਼ ਕਹੀਏ ਤਾਂ ਸੈਟਿਸਫਾਈ ਹੋ? ਮੈਂ ਸੈਟਿਸਫਾਈ ਹਾਂ ਸਾਹਿਬ। ਸੈਟਿਸਫੈਕਸ਼ਨ ਐਕਚੁਅਲੀ ਤੁਹਾਡੇ ਮਨ ਦੀ ਆ। ਉਹ ਮੈਂ ਦੱਸਦਾ ਵੀ ਜਦੋਂ ਮੈਂ ਸੁਪਰਵਾਈਜ਼ਰ ਲੈਵਲ ਤੇ ਇਹਨੂੰ ਜੁਆਇਨ ਕੀਤਾ ਹੋਟਲ ਗਰੁੱਪ ਨੂੰ ਐਜ਼ ਏ ਪਾਰਟ ਆਫ ਅਕੋਰ ਫਰੋਮ ਓਨਰ ਸਾਈਡ, ਤਾਂ ਮੈਨੂੰ ਲਰਨਿੰਗ ਵਾਸਤੇ ਬਹੁਤ ਕੁਛ ਮਿਲਿਆ। ਐਂਡ ਲਰਨਿੰਗ ਨੈਵਰ ਐਂਡ। ਤੁਸੀਂ ਇਹ ਨਾ ਸੋਚੋ ਕਿ ਮੈਂ ਅੱਜ ਇਸ ਲੈਵਲ ਤੇ ਪਹੁੰਚ ਗਿਆ, ਮੈਂ ਗਾਹਾਂ ਸਟੱਡੀ ਨਹੀਂ ਕਰਨੀ। ਸਟੱਡੀ ਨੈਵਰ ਐਂਡ। ਹਰ ਦਿਨ ਅੱਜ ਦੀ ਟੈਕਨੋਲੋਜੀ ਦੇ ਵਿੱਚ ਹਰ ਦਿਨ ਚੇਂਜ ਹੋ ਰਹੀ ਹੈ ਦੁਨੀਆ। ਹਰ ਦਿਨ ਹਰ ਚੀਜ਼ ਚੇਂਜ ਹੋ ਰਹੀ ਹੈ, ਤਾਂ ਉਹਦੇ ਬਾਰੇ ਅਗਰ ਨੌਲੇਜ ਨਹੀਂ ਆ ਤਾਂ ਤੁਸੀਂ ਪਿੱਛੇ ਰਹਿ ਜਾਓਗੇ। तो keep it up yourself, must be study continue। ਬਹੁਤ ਅੱਛਾ ਮੈਸੇਜ ਹੈ ਤੁਹਾਡਾ। ਹੁਣ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਬਹਿਰੀਨ ਦੇ ਵਿੱਚ ਰਹਿੰਦੇ ਹੋ, ਬਹਿਰੀਨ ਦੇ ਮਾਲਿਕ ਕੌਣ ਲੋਕ? ਬਹਿਰੀਨ ਸ਼ੇਖ ਅੰਡਰ ਐਜ਼ ਏ ਕਿੰਗਡਮ, ਬਹਿਰੀਨ ਇਜ਼ ਕਿੰਗਡਮ ਹੈ। ਤੇ ਇਹਨਾਂ ਲੋਕਾਂ ਦਾ ਬਿਹੇਵੀਅਰ ਜਿਹੜੇ ਦੂਜੇ ਕੰਟਰੀਜ਼ ਤੋਂ ਲੋਕ ਆਉਂਦੇ ਉਹਨਾਂ ਨਾਲ ਕਿੰਝ ਦਾ? ਬਹੁਤ ਪਿਆਰਾ, ਬਹੁਤ ਪਿਆਰਾ ਬਿਹੇਵੀਅਰ ਆ। ਐਕਚੁਅਲੀ ਵੀ ਆਈ ਕੈਨ ਸੇ ਮੇਰੀ ਪੂਰੀ ਮੋਸਟ ਆਫ ਦਾ ਲਾਈਫ ਇੱਥੇ ਆ, ਤਾਂ ਵੀ ਆਰ ਸੇਫ, ਕੰਫਰਟੇਬਲ, no corruption, easy to approach। easy to approach, ਉਹ ਕਹਿ ਸਕਦੇ ਕਿ ਹਰ ਜਗ੍ਹਾ ਅਗਰ ਕਿਸੇ ਵੀ ਲੈਵਲ ਤੇ ਤੁਸੀਂ ਅਪਰੋਚ ਕਰਨੀ ਚਾਹੁੰਦੇ ਤਾਂ ਈਜ਼ੀ ਟੂ ਅਪਰੋਚ ਹੈ।
ਬਹਿਰੀਨ ਦੀ ਕਰੰਸੀ ਦੁਨੀਆ ਦੀ ਸੈਕੰਡ ਬਿਗੇਸਟ ਕੰਟਰੀ ਕਰੰਸੀ ਹੈ ਜੀ। ਅਗਰ ਅਸੀਂ ਦੇਖੀਏ ਤਾਂ ਪਾਕਿਸਤਾਨ ਦੇ ਹਿਸਾਬ ਦੇ ਨਾਲ ਕੋਈ 700 ਤੋਂ ਜ਼ਿਆਦਾ ਰੁਪਏ ਦਾ ਬਿਲਕੁਲ ਇੱਕ ਦਿਰਹਮ ਜਿਹੜਾ ਹੈ ਉਹ ਬਣਦਾ ਹੈ ਇਹਨਾਂ ਦਾ। ਇਸੇ ਤਰੀਕੇ ਨਾਲ ਇੰਡੀਆ ਦਾ ਅਸੀਂ ਦੇਖਦੇ ਹਾਂ। ਇਹ ਕਰੰਸੀ ਦਾ ਇਤਨਾ ਮਜ਼ਬੂਤ ਹੋਣਾ, ਸਟਰੋਂਗ ਹੋਣਾ, ਇਹ ਤੁਸੀਂ ਕੀ ਦੇਖਦੇ ਹੋ ਕਿ ਕਿੰਜ ਹੋਇਆ? ਕਰੰਸੀ ਦਾ ਸਟਰੋਂਗ ਹੋਣਾ, ਮੈਂ ਤੁਹਾਨੂੰ ਦੱਸਦਾ ਜੀ, ਐਕਚੁਅਲੀ ਬੇਸਿਕ ਅਸੀਂ ਜੇ ਕਹੀਏ ਨਾ, ਇਹ ਕਰੰਸੀ ਸਟਰੋਂਗ ਨਹੀਂ ਹੋਈ, ਇਹ ਕੰਟਰੀ ਸਟਰੋਂਗ ਹੋਈ ਆ ਜੀ। ਡੈਫੀਨਿਟ। ਜਦੋਂ ਅਸੀਂ ਪਹਿਲਾਂ ਆਏ ਤਾਂ 26 ਦਿਨਾਰ ਦਾ 1000 ਰੁਪਇਆ ਬਣਦਾ ਸੀ ਇੰਡੀਆ ਦਾ। ਮਤਲਬ 26 ਦਿਨਾਰ ਦਾ 1000 ਬਣਦਾ ਸੀ, ਜਦ ਕਿ ਇਸ ਵੇਲੇ 4.5 ਦਿਨਾਰ ਦਾ 1000 ਬਣਦਾ ਪਿਆ। ਮਤਲਬ ਆਪਣੀਆਂ ਕੰਟਰੀਆਂ ਡਰੋਪ ਬਿਗ ਟਾਈਮ। ਇਹ ਜੇ ਕਹੀਏ ਤਾਂ ਉੱਥੇ ਦੇ ਉੱਥੇ ਖੜੇ ਆ। ਉਹਨਾਂ ਦੀ ਵੈਲਿਊ ਕਮ ਵਧੀ ਨਹੀਂ, ਆਪਣੀ ਵੈਲਿਊ ਘਟੀ ਆ। ਅੱਛਾ, ਬਿਲਕੁਲ। 72 ਰੁਪੀਜ਼, ਮਤਲਬ 1 ਦਿਨਾਰ ਦੇ 70 ਰੁਪਏ ਸੀਗੇ, ਹੁਣ 1 ਦਿਨਾਰ ਦੇ 220 ਰੁਪਏ ਇੰਡੀਆ ਦੇ ਹੋ ਗਏ। ਤਾਂ ਇੰਡੀਆ ਵੀ ਕੰਟੀਨਿਊ ਹੋ ਰਿਹਾ, ਬੈਕ ਡ੍ਰੌਪ ਹੋ ਰਿਹਾ। ਤਾਂ ਇਹ ਕੰਟਰੀਆਂ ਤਾਂ ਉਸੇ ਜਗ੍ਹਾ ਖੜੀਆਂ ਆ, ਸਟੇਬਲ ਹੈ, ਸਟੇਬਲ ਆ, ਖੜੇ ਆ। ਜਦੋਂ ਅਸੀਂ ਆਏ ਪਹਿਲਾਂ ਅੱਜ ਤੋਂ 30 ਸਾਲ 35 ਸਾਲ ਪਹਿਲਾਂ, ਉਦੋਂ ਵੀ ਸੈਲਰੀ ਲੈਵਲ ਜਿਹੜਾ ਲੇਬਰ ਦਾ ਸੀਗਾ 70 80 100 ਦਿਨਾਰ ਸੀਗਾ। ਅੱਜ ਵੀ ਸੈਲਰੀ ਲੈਵਲ ਲੇਬਰ ਦਾ ਉਹੀ 70 80 100 150 ਦਿਨਾਰ। ਤੇ ਇਹ ਚ ਕਹਿਣਾ ਕਿ ਇਹ ਕੰਟਰੀ ਵਧੀ, ਇਹ ਕੰਟਰੀ ਉੱਥੇ ਖੜੀ ਆ, ਲੇਕਿਨ ਆਪਣੀਆਂ ਕੰਟਰੀਆਂ ਦੀ ਕਰੰਸੀ ਡਾਊਨ ਹੋ ਕੇ ਆਪਣੇ ਪੈਸੇ ਵੱਧ ਗਏ। ਅੱਛਾ, ਆਪਣੀ ਅਗਰ ਅਸੀਂ ਦੇਖੀਏ ਤੇ ਬਲਕਿ ਮੈਂ ਪਹਿਲੇ ਦੱਸਿਆ ਵੀ ਪੰਜਾਬ ਤੋਂ ਤੁਹਾਡਾ ਤਾਲੁਕ, ਔਰ ਅੱਜ ਅਸੀਂ ਬੈਠੇ ਪੰਜਾਬ ਦਾ ਕਰਕੇ ਆ। ਬਿਲਕੁਲ। ਇੱਕ ਵੱਡੀ ਸਾਂਝ ਹੈ ਪੰਜਾਬ ਦੀ, ਜਿਹੜੀ ਕਿਤੇ ਵੀ ਨਹੀਂ ਟੁੱਟ ਸਕਦੀ। ਬੋਲੀ ਦੀ ਸਾਂਝ ਨਹੀਂ ਟੁੱਟ, ਬਹੁਤ ਕੁਛ ਹੈ ਅਗਰ ਅਸੀਂ ਗਿਣੀਏ ਤੇ ਕਈ ਹਵਾਲੇ ਹਨ ਜਿਹੜੇ ਸਾਡੇ, ਕਈ ਕਨੈਕਸ਼ਨ। ਕੀ ਵਜ੍ਹਾ ਹੈ ਕਿ ਇੰਡੀਆ ਦੇ ਵਿੱਚ ਔਰ ਪਾਕਿਸਤਾਨੀ ਪੰਜਾਬ ਦੇ ਅੰਦਰ ਰਹਿੰਦੇ, ਇੰਡੀਅਨ ਪੰਜਾਬ ਦੇ ਅੰਦਰ ਰਹਿੰਦੇ ਹੋ, ਇਨਸਾਨ ਇਤਨਾ ਗਰੋ ਨਹੀਂ ਕਰ ਰਿਹਾ? ਇੱਥੇ ਬਾਕੀ ਕੰਟਰੀਜ਼ ਦੇ ਅੰਦਰ ਉਸ ਨੂੰ ਨਿਕਲਣਾ ਪੈਂਦਾ, ਉਹ ਜ਼ਿਆਦਾ ਗਰੋ ਕਰਦਾ ਹੈ। ਇਹਦੀ ਕੀ ਵਜ੍ਹਾ? ਦੋ ਤਿੰਨ ਤਰੀਕੇ ਕਹਿ ਲਓ, ਜਾਂ ਮਤਲਬ ਕਹਿ ਲਏ ਮੇਰੇ ਹਿਸਾਬ ਨਾਲ, ਜੋ ਵੀ ਮੈਂ ਜੋ ਮੇਰਾ ਐਕਸਪੀਰੀਅੰਸ ਜ਼ਿਆਦਾ ਨਹੀਂ ਹੈਗਾ, ਲੇਕਿਨ ਫਿਰ ਵੀ ਜੋ ਮੈਂ ਸਟੱਡੀ ਕੀਤੀ, ਮਤਲਬ ਬਿਜ਼ਨਸ ਵਗੈਰਾ ਵੀ ਉੱਥੇ ਇੰਡੀਆ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉੱਥੇ ਨਥਿੰਗ ਟੂ ਈਜ਼ੀ, ਹਰ ਚੀਜ਼ ਦੇ ਵਿੱਚ ਕਰਪਸ਼ਨ ਹੈ। ਹਰ ਚੀਜ਼ ਲੈਣ ਵਾਸਤੇ ਤੁਹਾਨੂੰ ਕੁਝ ਦੇਣਾ ਪੈਣਾ। ਇਸੇ ਕਰਕੇ ਅਸੀਂ ਉੱਥੇ, ਸਾਡੇ ਜਿਹੜੇ ਬੱਚੇ ਵੀ ਉਹ ਬਾਹਰਲੀਆਂ ਕੰਟਰੀਆਂ ਕਿਉਂ ਨਿਕਲ ਰਹੇ ਆ, ਇੱਕ ਤਾਂ ਸੋਸ਼ਲ ਮੀਡੀਆ ਤੇ ਸ਼ੋ ਲਾਈਫ, ਜਾਂ ਕਹਿ ਲਈਏ ਕਿ ਦੂਸਰੀਆਂ ਕੰਟਰੀਆਂ ਤੋਂ ਜਿਹੜੇ ਆ ਰਹੇ ਆ ਯੰਗ ਜਨਰੇਸ਼ਨ, ਦੇ ਪ੍ਰਮੋਟਿੰਗ ਦੇਅਰ ਸੈਲਫ ਡਿਫਰੈਂਸ ਵੇ। ਉਹ ਬੱਚਿਆਂ ਨੂੰ ਇਸ ਤਰ੍ਹਾਂ ਸ਼ੋ ਕਰ ਰਹੇ ਆ ਕਿ ਦੇ ਆਰ ਇੰਜੋਇੰਗ ਆਊਟਸਾਈਡ। ਜੀ, ਐਕਚੁਅਲ ਲਾਈਫ ਨਹੀਂ ਹੈਗੀ ਉਹ। ਕੁਛ ਮੁੰਡੇ, ਤੁਸੀਂ, ਮੈਂ ਸਾਰੇ ਨਹੀਂ ਕਹਿ ਰਿਹਾ, ਬਹੁਤ 20-25% ਯੰਗ ਜਨਰੇਸ਼ਨ ਜਿਹੜੀ ਇਸ ਵੇਲੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਸੈਟਲ ਹੈ, ਜਿਹੜੇ ਮੁੰਡੇ ਚੰਗੀ ਐਜੂਕੇਸ਼ਨ ਕਰਕੇ ਸਹੀ ਤਰੀਕੇ ਨਾਲ ਆਪਣਾ ਬਿਜ਼ਨਸ ਚਲਾ ਰਹੇ ਆ, ਦੇ ਆਰ ਵੈਲ ਸੈਟਲ। ਲੇਕਿਨ ਮੈਜੋਰਟੀ ਦੇਖੀਏ ਤਾਂ ਮੈਜੋਰਟੀ ਦਾ ਮੂੰਹ ਯੂਰਪ ਵੱਲ ਨੂੰ, ਕੈਨੇਡਾ, ਇੰਗਲੈਂਡ, ਅਮਰੀਕਾ ਵੱਲ ਨੂੰ ਹੋਇਆ। ਕਿਉਂ ਹੋਇਆ? ਕਿਉਂਕਿ ਉਹਨੀ ਜੋ ਅੱਜ ਕੱਲ੍ਹ ਕੀ ਕਹਿੰਦੇ ਆਪਾਂ, ਜੋ ਦਿਖਾ ਰਹੀ ਆ ਜਾਂ ਤਾਂ ਜੋ ਪਿਕਚਰ ਦਿਸ ਰਹੀ ਆ, ਉਹ ਪਿਕਚਰ ਦੇਖ ਰਹੇ ਆ, ਲੇਕਿਨ ਉਹ ਬਿਸਾਈਡ ਦਾ ਪਿਕਚਰ ਕੀ ਆ, ਉਹ ਚੀਜ਼ ਰਿਐਲਿਟੀ ਨਾਲ ਕੋਈ ਮਤਲਬ ਨਹੀਂ। ਪੰਜਾਬ ਵਾਸਤੇ ਇਹ ਚੀਜ਼ ਜਿਹੜੀ ਹੈ, ਪੰਜਾਬੀਆਂ ਦਾ ਪੰਜਾਬ ਵਿੱਚ ਨਾ ਰਹਿਣਾ ਬਹੁਤ ਮਾੜੀ ਚੀਜ਼ ਹੈ। ਇਹਨੂੰ ਅਗਰ ਪੰਜਾਬ ਨਹੀਂ ਰਹੇਗਾ ਕੋਈ ਪੰਜਾਬੀ, ਤਾਂ ਫਿਰ ਕਿੰਝ ਹੋਏਗਾ? ਨਹੀਂ, ਇਹ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਨੂੰ ਛੱਡਣਾ ਨਹੀਂ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਚਾਹੇ ਮੈਂ ਜਿੱਦਾਂ ਵੀ ਇੱਥੇ ਮੇਰੀ ਜੜ੍ਹਾਂ ਪੰਜਾਬ ਆ, ਮੈਂ ਜੁੜਿਆ ਹੋਇਆ ਪੰਜਾਬ ਨਾਲ। ਸਾਲ ਦੇ ਵਿੱਚ 1 ਜਾਂ 2 ਚੱਕਰ ਮੈਂ ਪੰਜਾਬ ਦੇ ਬਹੁਤ ਜ਼ਰੂਰੀ ਲਾਉਣਾ। ਇੱਕ ਤਾਂ ਪੱਕਾ ਹੀ ਆ, ਜੇ ਇੱਕ ਨਹੀਂ ਲਗਾ ਤਾਂ 2 ਤਾਂ ਲਾਏ ਦੇਈਦੇ ਛੋਟੇ ਛੋਟੇ, ਚਾਹੇ 15 ਦਿਨ ਲਈ ਜਾਈਏ, ਚਾਹੇ 10 ਦਿਨ ਲਈ ਜਾਈਏ। ਫਿਰ ਉੱਥੇ ਐਕਟੀਵਿਟੀ ਦੇ ਵਿੱਚ ਜ਼ਰੂਰ ਹਿੱਸਾ ਲਈਦਾ ਜਾਂਦਾ। ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਲੰਗਰ ਦਾ ਹੋ ਗਏ ਸੇਵਾ, ਉਹ ਤੇ ਜਾਂ ਵਿਸਾਖੀ ਤੇ ਇੱਕ ਇਵੈਂਟ ਉਹ ਅਟੈਂਡ ਕਰ ਲਓ, ਦੂਸਰਾ ਇਵੈਂਟ ਘਰਦਿਆਂ ਨਾਲ ਅਟੈਂਡ ਕਰ ਲਓ। ਤੇ ਜਿੰਨੇ ਵੀ ਬਾਹਰ ਆ, ਲੇਕਿਨ ਆਪਣਾ ਬੇਸ ਪੰਜਾਬ ਬਣਾਉਣ ਦਾ ਸ਼ੁਰੂ ਕੋਸ਼ਿਸ਼ ਕਰੋ। ਅਸੀਂ 4 ਸਾਲ ਪਹਿਲਾਂ ਕੋਵਿਡ ਦੇ ਟਾਈਮ ਤੇ ਇੱਕ ਰੈਸਟੋਰੈਂਟ ਓਪਨ ਕੀਤਾ ਹਾਈਵੇ ਤੇ। ਉਸ ਤੋਂ ਬਾਅਦ ਚੌੜੀ ਕਰਕੇ 2 ਫਾਸਟ ਫੂਡ ਓਪਨ ਕੀਤੇ। ਪ੍ਰੋਬਲਮ ਉੱਥੇ ਬਿਜ਼ਨਸ ਸਟਾਰਟ ਕਰਨ ਤੋਂ ਬਾਅਦ ਆਉਂਦੀ ਆ। ਬਿਜ਼ਨਸ ਕਰਨ ਵਾਸਤੇ ਹਰੇਕ ਕੋਈ ਬੰਦਾ ਕਹਿੰਦਾ ਕਿ ਵੀ ਗੋ ਬੈਕ ਟੂ ਸਟਾਰਟ ਦਾ ਬਿਜ਼ਨਸ, ਲੇਕਿਨ ਬਿਜ਼ਨਸ ਕਰਨ ਤੋਂ ਬਾਅਦ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ। ਕੋਈ ਵੀ ਈਜ਼ੀ ਸੋਰਸ ਨਹੀਂ ਹੈਗਾ।
ਕੰਮ ਕਰਨਾ ਸੌਖਾ ਨਹੀਂ। ਕੰਮ ਕਰਨਾ ਸੌਖਾ ਨਹੀਂ।